ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਉਸ ਮਾਨਯੋਗ ਇਤਿਹਾਸ ਦੀ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡਾ ਸਿਰ ਮਾਣ ਨਾਲ ਉੱਚਾ ਹੋ ਜਾਊਗਾ। ਚੱਲਾਂਗੇ ਉਸ ਸਮੇਂ ਵਿੱਚ ਜਦੋਂ ਦਿੱਲੀ ਸਲਤਨਤ ਨੂੰ ਆਪਣੇ ਕਦਮਾਂ ਤੇ ਝੁਕਾ ਕੇ ਸਿੰਘ ਦਿੱਲੀ ਦੇ ਬਾਦਸ਼ਾਹ ਦਾ ਤਖਤ ਪੁੱਟ ਕੇ ਘਸੀਟਦੇ ਹੋਏ ਅੰਮ੍ਰਿਤਸਰ ਸਾਹਿਬ ਲੈ ਗਏ ਸਨ। ਇਹ ਉਹੀ ਦਿੱਲੀ ਸੀ ਜਿੱਥੇ ਕਦੀ ਹਿੰਦ ਦੀ ਚਾਦਰ 9ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ 740 ਸਿੰਘਾਂ ਦੇ ਨਾਲ ਤਸੀਹੇ ਸਹਿੰਦੇ ਹੋਏ ਸ਼ਹੀਦੀਆਂ ਪਾਈਆਂ ਸਨ। ਤੇ ਅੱਜ ਉਸੇ ਦਿੱਲੀ ਦੀ ਹਿੱਕ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੂਲ ਰਿਹਾ ਸੀ। ਸਿੱਖ ਕੌਮ ਦੀਆਂ ਸਭ ਤੋਂ ਮਾਨਯੋਗ ਜਿੱਤਾਂ ਚੋਂ ਇੱਕ ਹੋਣ ਦੇ ਬਾਅਦ ਵੀ 90% ਸਿੱਖ ਸੰਗਤਾਂ ਸਿੱਖਾਂ ਦੇ ਦਿੱਲੀ ਫਤਿਹ ਦੇ ਇਤਿਹਾਸ ਨੂੰ ਜਾਣਦੀਆਂ ਹੀ ਨਹੀਂ ਹਨ। ਸੋ ਅੱਜ ਇਹੀ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇਸ ਤੋਂ ਬਾਅਦ ਦਿੱਲੀ ਵਿੱਚ ਗੁਰੂ ਘਰਾਂ ਦੀ ਉਸਾਰੀਆਂ ਕਿਵੇਂ ਹੋਈਆਂ ਉਹ ਵੀ ਇੱਕ ਬੜਾ ਹੀ ਇੰਟਰਸਟਿੰਗ ਇਤਿਹਾਸ ਹੈ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਕਿਤੇ ਸਾਡੀਆਂ ਅਣਗਹਿਲੀਆਂ ਕਰਕੇ ਸਾਡਾ ਮਾਨਯੋਗ ਸਿੱਖ ਇਤਿਹਾਸ ਸਮੇਂ ਦੀ ਰੇਤ ਵਿੱਚ ਦਫਨ ਹੋ ਕੇ ਨਾ ਰਹਿ ਜਾਵੇ। ਇਹ ਗੱਲ ਸ਼ੁਰੂ ਹੁੰਦੀ ਹੈ ਸੰਨ 1783 'ਚ ਜਦੋਂ ਸਿੱਖਾਂ ਦੀ ਤਾਕਤ ਪੂਰੇ ਜੋਬਨ ਤੇ ਸੀ ਤੇ ਉਹ ਮਿਸਲਾਂ ਦੇ ਰੂਪ ਵਿੱਚ ਰਾਜ ਵਧਾਉਂਦੇ ਹੋਏ ਕਰਨਾਲ ਤੱਕ ਪਹੁੰਚ ਗਏ ਸਨ। ਉਧਰੋਂ ਮੁਗਲੀਆ ਸਲਤਨਤ ਦੀ ਹਾਲਤ ਡਾਵਾਂਡੋਲ ਸੀ। ਔਰੰਗਜ਼ੇਬ ਤੋਂ ਬਾਅਦ ਅਗਲੇ 87 ਸਾਲਾਂ 'ਚ ਸ਼ਾਹ ਆਲਮ ਚੌਥਾ ਬਾਦਸ਼ਾਹ ਸੀ, ਪਰ ਉਹਦੇ ਹੱਥ 'ਚ ਵੀ ਕੋਈ ਬਾਹਲੀ ਜ਼ਿਆਦੀ ਪਾਵਰ ਨਹੀਂ ਸੀ। ਦਰਬਾਰੀ ਤੇ ਸੈਨਾਪਤੀ ਜੋ ਕਹਿੰਦੇ ਸਨ ਬਾਦਸ਼ਾਹ ਉਹੀ ਕਰਦਾ ਸੀ। ਮਰਹੱਟੇ ਤੇ ਅੰਗਰੇਜ਼ ਇਹ ਦੋਵੇਂ ਹੀ ਕਿਸੇ ਨਾ ਕਿਸੇ ਤਰ੍ਹਾਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦੇ ਸਨ, ਕਿਉਂਕਿ ਇਹ ਦੋਵੇਂ ਜਾਣ ਚੁੱਕੇ ਸਨ ਕਿ ਮੁਗਲ ਰਾਜ ਕਮਜ਼ੋਰ ਹੋ ਚੁੱਕਿਆ ਹੈ। ਦਿੱਲੀ ਜਿੱਤਣ ਦਾ ਇਹ ਸੁਨਹਿਰਾ ਮੌਕਾ ਹੈ। ਇਸ ਲਈ ਫਿਰ ਸੰਨ 1783 ਨੂੰ ਮਰਹੱਟਿਆਂ ਨੇ ਦਿੱਲੀ ਤੇ ਹਮਲਾ ਕਰਕੇ ਲਾਲ ਕਿਲੇ ਤੇ ਕਬਜ਼ਾ ਕਰ ਲਿਆ ਤੇ ਜਦੋਂ ਇਸ ਗੱਲ ਦਾ ਪਤਾ ਅੰਗਰੇਜ਼ ਜਨਰਲ ਅਕਟਰ ਲੋਨੀ ਨੂੰ ਲੱਗਿਆ ਤਾਂ ਉਹ ਵੀ ਇੱਕ ਭਾਰੀ ਲਾਮ ਲਸ਼ਕਰ ਲੈ ਕੇ ਦਿੱਲੀ ਵੱਲ ਨੂੰ ਤੁਰ ਪਿਆ, ਕਿਉਂਕਿ ਉਹ ਜਾਣਦੇ ਸਨ ਕਿ ਮਰਹੱਟੇ ਕਿੰਨੇ ਕੁ ਪਾਣੀ 'ਚ ਹਨ ਤੇ ਉਹਨਾਂ ਨੂੰ ਆਸਾਨੀ ਨਾਲ ਹਰਾਇਆ ਜਾ ਸਕਦਾ ਹੈ। ਜਦੋਂ ਮਰਹੱਟਿਆਂ ਨੂੰ ਅੰਗਰੇਜ਼ਾਂ ਦੇ ਇੱਕ ਵੱਡੀ ਫੌਜ ਲੈ ਕੇ ਚੜ੍ਹਾਈ ਕਰਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਡਰਦੇ ਲਾਲ ਕਿਲਾ ਛੱਡ ਕੇ ਉੱਥੋਂ ਭੱਜ ਗਏ। ਤਦ ਸ਼ਾਹ ਆਲਮ ਨੇ ਸੋਚਿਆ ਕਿ ਹੁਣ ਮਰਹੱਟੇ ਤਾਂ ਇੱਥੋਂ ਚਲੇ ਗਏ ਹਨ ਤੇ ਜੇ ਅੰਗਰੇਜ਼ਾਂ ਨੇ ਆ ਕੇ ਕਬਜ਼ਾ ਕਰ ਲਿਆ ਤਾਂ ਗੱਲ ਤਾਂ ਉਹਦੀ ਉਹੀ ਰਹੇਗੀ। ਹੁਣ ਮੈਨੂੰ ਬਚਣ ਦਾ ਇੱਕ ਮੌਕਾ ਮਿਲਿਆ ਹੈ, ਮੈਨੂੰ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ। ਤਦ ਵਜ਼ੀਰਾਂ ਨੇ ਕਿਹਾ ਕਿ ਹੁਣ ਤਾਂ ਬਚਣ ਦਾ ਸਿਰਫ ਇੱਕੋ ਹੀ ਤਰੀਕਾ ਹੈ ਕਿ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਜੀ ਨੂੰ ਮਦਦ ਦੀ ਗੁਹਾਰ ਲਗਾਈ ਜਾਵੇ। ਇਸ ਲਈ ਫਿਰ ਬਾਦਸ਼ਾਹ ਸ਼ਾਹ ਆਲਮ ਨੇ ਆਪਣੇ ਦਰਬਾਰ ਦੇ 3 ਮੁੱਖ ਸਲਾਹਕਾਰਾਂ ਨੂੰ ਭੇਜ ਕੇ ਸਰਦਾਰ ਬਘੇਲ ਸਿੰਘ ਜੀ ਨੂੰ ਉਹਨਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ। ਲੋੜ ਪੈਣ ਤੇ ਹਰ ਕਿਸੇ ਦੀ ਮਦਦ ਕਰਨਾ, ਇਹ ਸਿਧਾਂਤ ਤਾਂ ਦਸਮ ਪਿਤਾ ਨੇ ਸਿੱਖਾਂ ਨੂੰ ਗੁੜਤੀ ਵਿੱਚ ਦਿੱਤਾ ਹੋਇਆ ਹੈ। ਇਸ ਲਈ ਸਰਦਾਰ ਬਘੇਲ ਸਿੰਘ ਜੀ ਨੇ ਪਿਛਲੇ ਮੁਗਲ ਸ਼ਾਸਕਾਂ ਦੇ ਕੀਤੇ ਸਾਰੇ ਜ਼ੁਲਮਾਂ ਨੂੰ ਭੁਲਾ ਕੇ ਸ਼ਾਹ ਆਲਮ ਦੀ ਮਦਦ ਕਰਨ ਦਾ ਫੈਸਲਾ ਕੀਤਾ। ਪਰ ਸਰਦਾਰ ਬਘੇਲ ਸਿੰਘ ਜੀ ਕੌਣ ਸਨ? ਪੂਰੇ ਭਾਰਤ ਤੇ ਰਾਜ ਕਰਨ ਵਾਲੇ ਮੁਗਲ ਬਾਦਸ਼ਾਹ ਨੇ ਦੇਸ਼ ਦੇ ਸੈਂਕੜੇ ਰਾਜਿਆਂ ਤੇ ਜਰਨੈਲਾਂ ਨੂੰ ਛੱਡ ਕੇ ਆਖਰ ਇਹਨਾਂ ਨੂੰ ਹੀ ਮਦਦ ਦੇ ਲਈ ਕਿਉਂ ਚੁਣਿਆ? ਆਓ ਪਹਿਲਾਂ ਇਹ ਜਾਣੀਏ। ਸਰਦਾਰ ਬਘੇਲ ਸਿੰਘ ਜੀ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਚੰਬਾਲ ਪਿੰਡ ਦੇ ਧਾਲੀਵਾਲ ਜੱਟ ਪਰਿਵਾਰ ਵਿੱਚ ਹੋਇਆ ਸੀ। ਛੋਟੀ ਉਮਰ ਤੋਂ ਹੀ ਉਹ ਘਰ-ਬਾਰ ਛੱਡ ਕੇ ਪੰਥ ਦੀ ਸੇਵਾ ਲਈ ਦਲ ਖਾਲਸਾ ਵਿੱਚ ਸ਼ਾਮਿਲ ਹੋ ਗਏ ਸਨ ਤੇ ਜਦੋਂ ਕਰੋੜਾ ਸਿੰਘੀਆ ਮਿਸਲ ਦੇ ਮੁਖੀ ਸਰਦਾਰ ਕਰੋੜਾ ਸਿੰਘ ਜੀ ਇੱਕ ਲੜਾਈ ਵਿੱਚ ਅਕਾਲ ਚਲਾਣਾ ਕਰ ਗਏ ਤਾਂ ਸਰਦਾਰ ਬਘੇਲ ਸਿੰਘ ਜੀ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਹਨਾਂ ਨੂੰ ਕਰੋੜਾ ਸਿੰਘੀਆ ਮਿਸਲ ਦੀ ਕਮਾਨ ਸੌਂਪੀ ਗਈ। ਹੌਲੀ-ਹੌਲੀ ਸਰਦਾਰ ਬਘੇਲ ਸਿੰਘ ਨੇ ਉੱਤਰ ਭਾਰਤ ਦੇ ਇੱਕ ਵੱਡੇ ਹਿੱਸੇ ਤੇ ਆਪਣੀ ਧੱਕ ਕਾਇਮ ਕਰ ਲਈ। ਜਲੰਧਰ ਤੋਂ ਲੈ ਕੇ ਗੰਗਾ, ਯਮੁਨਾ ਤੇ ਕਰਨਾਲ ਤੱਕ ਉਹਨਾਂ ਦੇ ਘੋੜਿਆਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਕਰੋੜਾ ਸਿੰਘੀਆ ਮਿਸਲ ਦੇ 12,000 ਘੋੜਸਵਾਰ ਹਰ ਸਮੇਂ ਉਹਨਾਂ ਦੇ ਨਾਲ ਰਹਿੰਦੇ ਸਨ। ਕੀ ਮੁਗਲ, ਕੀ ਮਰਾਠੇ ਤੇ ਕੀ ਅੰਗਰੇਜ਼, ਹਰ ਵੱਡਾ ਜਰਨੈਲ ਉਹਨਾਂ ਦੇ ਨਾਮ ਤੋਂ ਥਰ-ਥਰ ਕੰਬਦਾ ਸੀ। ਸਰਦਾਰ ਬਘੇਲ ਸਿੰਘ ਜੀ ਨੇ ਆਪਣੀ ਕਥਨੀ ਨੂੰ ਪੂਰਾ ਕਰਦੇ ਹੋਏ ਇੱਕ ਵੱਡੀ ਫੌਜ ਤੇ ਲਾਮ ਲਸ਼ਕਰ ਲੈ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਸਰਦਾਰ ਬਘੇਲ ਸਿੰਘ ਜੀ ਦਾ ਖੌਫ ਇੰਨਾ ਸੀ ਕਿ ਜਦੋਂ ਅੰਗਰੇਜ਼ ਜਰਨਲ ਨੂੰ ਉਹਨਾਂ ਦੇ ਆਉਣ ਦੀ ਖਬਰ ਮਿਲੀ ਤਾਂ ਉਹਨਾਂ ਦੀ ਅੱਗੇ ਵਧਣ ਦੀ ਹਿੰਮਤ ਹੀ ਨਹੀਂ ਹੋਈ ਤੇ ਉਹ ਅੱਧੇ ਰਾਹ ਤੋਂ ਹੀ ਵਾਪਸ ਮੁੜ ਗਏ। ਤੇ ਜਦੋਂ ਸ਼ਾਹ ਆਲਮ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਹੁਣ ਮਰਹੱਟੇ ਤੇ ਅੰਗਰੇਜ਼ ਦੋਵਾਂ ਦਾ ਖਤਰਾ ਟਲ ਗਿਆ ਹੈ ਤਾਂ ਉਸ ਦੀ ਨੀਅਤ ਬੇਈਮਾਨ ਹੋ ਗਈ। ਉਸਨੇ ਸੋਚਿਆ ਕਿ ਕਿਤੇ ਹੁਣ ਸਿੱਖ ਆ ਕੇ ਮੇਰੇ ਰਾਜ ਤੇ ਕਬਜ਼ਾ ਨਾ ਕਰ ਲੈਣ। ਇਸ ਲਈ ਉਸਨੇ ਦਿੱਲੀ ਵੱਲ ਵੱਧ ਰਹੇ ਸਰਦਾਰ ਬਘੇਲ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਹੁਣ ਤੁਹਾਡੀ ਲੋੜ ਨਹੀਂ ਹੈ, ਤੁਸੀਂ ਇੱਥੋਂ ਹੀ ਵਾਪਸ ਮੁੜ ਜਾਓ। ਸਰਦਾਰ ਬਘੇਲ ਸਿੰਘ ਜੀ ਨੂੰ ਇਹ ਗੱਲ ਬੜੀ ਹੀ ਗਲਤ ਲੱਗੀ ਕਿ ਤੁਹਾਡੇ ਸੁਨੇਹੇ ਤੇ ਹੀ ਮੈਂ ਆਪਣਾ ਸਾਰਾ ਲਾਮ ਲਸ਼ਕਰ ਲੈ ਕੇ ਦਿੱਲੀ ਆ ਰਿਹਾ ਸੀ ਤੇ ਹੁਣ ਆਪਣਾ ਕੰਮ ਨਿਕਲਦੇ ਸਾਰ ਹੀ ਤੁਸੀਂ ਇੰਨੀ ਛੇਤੀ ਰੰਗ ਬਦਲ ਲਿਆ। ਮੇਰੀ ਇੰਨੀ ਵੱਡੀ ਫੌਜ ਦਾ ਇੰਨੇ ਦਿਨ ਦਾ ਖਰਚ ਕੌਣ ਦੇਊਗਾ? ਤੁਸੀਂ ਇਸ ਫੌਜ ਦਾ ਖਰਚ ਦੇ ਦਿਓ, ਅਸੀਂ ਵਾਪਸ ਮੁੜ ਜਾਂਦੇ ਹਾਂ। ਪਰ ਸ਼ਾਹ ਆਲਮ ਨੇ ਇਸ ਗੱਲ ਨੂੰ ਬਿਲਕੁਲ ਹੀ ਅਣਗਹਿਲਾ ਕਰਤਾ। ਸਿੱਖ ਦਿੱਲੀ ਵੱਲ ਵੱਧਦੇ ਰਹੇ। ਦਿੱਲੀ ਦੇ ਬਾਹਰ ਪਹੁੰਚ ਕੇ ਸਰਦਾਰ ਬਘੇਲ ਸਿੰਘ ਜੀ ਨੇ ਇੱਕ ਵਾਰ ਫੇਰ ਸੁਨੇਹਾ ਭੇਜਿਆ ਕਿ ਇਸ ਤਰ੍ਹਾਂ ਜਾਨਾਂ ਗਵਾਉਣ ਦਾ ਕੋਈ ਫਾਇਦਾ ਨਹੀਂ, ਤੂੰ ਹਜੇ ਵੀ ਸਾਡਾ ਖਰਚਾ ਸਾਨੂੰ ਦੇ ਦੇ, ਅਸੀਂ ਮੁੜ ਜਾਂਦੇ ਹਾਂ, ਨਹੀਂ ਤਾਂ ਫਿਰ ਸਾਨੂੰ ਮਜਬੂਰਨ ਹਮਲਾ ਕਰਨਾ ਹੀ ਪਊਗਾ। ਉਹਨਾਂ ਸਮਿਆਂ ਤੇ ਹਰ ਵੱਡੇ ਸ਼ਹਿਰ ਦੇ ਬਾਹਰ ਉੱਚੀਆਂ-ਉੱਚੀਆਂ ਕੰਧਾਂ ਹੁੰਦੀਆਂ ਸਨ। ਮੂਰਖ ਸ਼ਾਹ ਆਲਮ ਨੇ ਖਰਚਾ ਦੇਣ ਦੀ ਥਾਂ ਸ਼ਹਿਰ ਦੇ ਚਾਰੇ ਦਰਵਾਜ਼ੇ ਬੰਦ ਕਰ ਦਿੱਤੇ
ਤੇ ਸ਼ਹਿਰ ਦੀਆਂ ਕੰਧਾਂ ਤੇ ਸਿਪਾਹੀ ਤੈਨਾਤ ਕਰ ਦਿੱਤੇ ਤਾਂ ਜੋ ਸਿੱਖ ਦਿੱਲੀ ਦੇ ਅੰਦਰ ਐਂਟਰ ਨਾ ਹੋ ਸਕਣ। ਕਰਨਾਲ ਤੋਂ ਤੁਰਨ ਲੱਗਿਆਂ ਸਰਦਾਰ ਬਘੇਲ ਸਿੰਘ ਜੀ ਨੇ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਵੀ ਦਿੱਲੀ ਪਹੁੰਚਣ ਲਈ ਸੁਨੇਹੇ ਭੇਜੇ ਸਨ ਤੇ ਹੁਣ ਉਹ ਦੋਵੇਂ ਵੀ ਆਪਣੀਆਂ ਫੌਜਾਂ ਲੈ ਕੇ ਆ ਕੇ ਸਰਦਾਰ ਬਘੇਲ ਸਿੰਘ ਨਾਲ ਰਲ ਗਏ ਸਨ। ਜੱਸਾ ਸਿੰਘ ਅੱਲੂਵਾਲੀਆ ਨੇ ਕਿਹਾ ਕਿ ਜੇ ਸ਼ਾਹ ਆਲਮ ਨੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਤਾਂ ਕੋਈ ਗੱਲ ਨਹੀਂ, ਸਿੱਖ ਆਪਣਾ ਰਾਹ ਆਪ ਬਣਾਉਣਾ ਵੀ ਜਾਣਦੇ ਹਨ। ਇੱਕ ਵੱਡਾ ਦਰਖਤ ਕਟਵਾਇਆ ਗਿਆ। ਉਸ ਦਾ ਤਣਾ ਅੱਗੋਂ ਪੈਨਸਲ ਵਾਂਗੂ ਤਿੱਖਾ ਕਰਕੇ ਸਿੱਖਾਂ ਨੇ ਉਸ ਨਾਲ ਸ਼ਹਿਰ ਦੀ ਕੰਧ ਤੇ ਚੋਟ ਕਰਨੀ ਸ਼ੁਰੂ ਕੀਤੀ। ਕੁਝ ਘੰਟਿਆਂ ਦੀ ਮਿਹਨਤ ਹੀ ਰੰਗ ਲਿਆਈ ਤੇ ਸ਼ਹਿਰ ਦੀ ਕੰਧ ਵਿੱਚ ਇੱਕ ਮੋਰੀ ਕੱਢ ਦਿੱਤੀ ਗਈ, ਜਿਸ ਵਿੱਚੋਂ ਐਂਟਰ ਹੋ ਕੇ ਸਾਰੀ 30,000 ਦੀ ਫੌਜ ਅੰਦਰ ਇੱਕ ਮੈਦਾਨ ਵਿੱਚ ਇਕੱਠੀ ਹੋ ਗਈ। ਇਸ ਮੈਦਾਨ ਨੂੰ ਬਾਅਦ ਵਿੱਚ 30,000 ਮੈਦਾਨ ਨਾਮ ਦਿੱਤਾ ਗਿਆ, ਜਿੱਥੇ ਅੱਜ 30,000 ਕੋਟ ਬਣਿਆ ਹੋਇਆ ਹੈ। ਤੇ ਜਿਹੜੀ ਮੋਰੀ ਰਾਹੀਂ ਸਿੰਘ ਅੰਦਰ ਐਂਟਰ ਹੋਏ ਸਨ, ਬਾਅਦ ਵਿੱਚ ਸਿੰਘਾਂ ਨੇ ਉਹ ਮੋਰੀ ਬੰਦ ਨਹੀਂ ਹੋਣ ਦਿੱਤੀ ਤੇ ਉੱਥੇ ਇੱਕ ਸ਼ਾਨਦਾਰ ਗੇਟ ਦੀ ਉਸਾਰੀ ਕਰਵਾਈ, ਜਿਸ ਨੂੰ ਅੱਜ ਦਿੱਲੀ ਦਾ ਮੋਰੀ ਗੇਟ ਕਿਹਾ ਜਾਂਦਾ ਹੈ। ਭਾਵੇਂ ਖਾਲਸੇ ਫੌਜ ਦੀ ਗਿਣਤੀ 30,000 ਹੀ ਸੀ, ਫਿਰ ਵੀ ਮੁਗਲਾਂ ਨੇ ਕੁਝ ਛੋਟੀਆਂ-ਮੋਟੀਆਂ ਝੜਪਾਂ ਤੋਂ ਬਾਅਦ ਹੀ ਹੱਥ ਖੜੇ ਕਰ ਦਿੱਤੇ, ਪਰ ਸ਼ਾਹ ਆਲਮ ਨੂੰ ਫੜਿਆ ਨਾ ਜਾ ਸਕਿਆ। ਉਹ ਇੱਕ ਚੋਰ ਰਸਤੇ ਰਾਹੀਂ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਹ ਆਪ ਤਾਂ ਭੱਜ ਗਿਆ, ਪਰ ਉਸ ਦੀਆਂ ਬੇਗਮਾਂ ਤੇ ਬੱਚੇ ਹਜੇ ਵੀ ਕਿਲੇ ਵਿੱਚ ਹੀ ਸਨ। ਪਰ ਸਰਦਾਰ ਬਘੇਲ ਸਿੰਘ ਨੇ ਸਿੱਖਾਂ ਨੂੰ ਸਖਤ ਹਦਾਇਤ ਦਿੱਤੀ ਕਿ ਕਿਸੇ ਵੀ ਬੀਬੀ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਦਤਮੀਜ਼ੀ ਨਾ ਕੀਤੀ ਜਾਵੇ। ਸਿੱਖਾਂ ਦੇ ਆਉਣ ਨਾਲ ਦਿੱਲੀ ਦੀ ਆਮ ਜਨਤਾ ਨੇ ਵੀ ਸੁੱਖ ਦਾ ਸਾਹ ਲਿਆ ਸੀ, ਕਿਉਂਕਿ ਮਰਾਠਿਆਂ ਨੇ ਤਾਂ ਆਉਂਦੇ ਹੀ ਆਮ ਜਨਤਾ ਨਾਲ ਲੁੱਟ-ਖੋਹ ਸ਼ੁਰੂ ਕਰ ਦਿੱਤੀ ਸੀ ਤੇ ਸ਼ਾਹ ਆਲਮ ਦੇ ਰਾਜ ਵਿੱਚ ਵੀ ਗੈਰ ਮੁਸਲਿਮ ਜਨਤਾ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਸੀ। ਪਰ ਸਿੱਖਾਂ ਦੇ ਰਾਜ ਵਿੱਚ ਸਾਰੇ ਸਮਾਨਤਾ ਤੇ ਸੁੱਖ ਸ਼ਾਂਤੀ ਨਾਲ ਰਹਿ ਸਕਦੇ ਸਨ। ਹੁਣ ਵਾਰੀ ਸੀ ਦਿੱਲੀ ਦਾ ਬਾਦਸ਼ਾਹ ਚੁਣਨ ਦੀ। ਲਾਹੌਰ ਦੇ ਜਿੱਤ ਤੋਂ ਬਾਅਦ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਨੂੰ ਸਿੱਖ ਕੌਮ ਨੇ ਸੁਲਤਾਨ ਉਲ ਕੌਮ ਦੇ ਮਾਣ ਨਾਲ ਨਵਾਜਿਆ ਸੀ। ਇਸ ਲਈ ਸਰਦਾਰ ਬਘੇਲ ਸਿੰਘ ਜੀ ਚਾਹੁੰਦੇ ਸਨ ਕਿ ਦਿੱਲੀ ਦਾ ਬਾਦਸ਼ਾਹ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਨੂੰ ਹੀ ਬਣਾਇਆ ਜਾਵੇ। ਪਰ ਇਸ ਗੱਲ ਤੇ ਜੱਸਾ ਸਿੰਘ ਰਾਮਗੜੀਆ ਸਹਿਮਤ ਨਹੀਂ ਸਨ। ਉਹਨਾਂ ਦਾ ਮੰਨਣਾ ਸੀ ਕਿ ਖਾਲਸੇ ਦੇ ਰਾਜ ਵਿੱਚ ਕੋਈ ਮਨੁੱਖ ਤਖਤ ਤੇ ਕਿਵੇਂ ਬੈਠ ਸਕਦਾ ਹੈ, ਇਹ ਜਗ੍ਹਾ ਤਾਂ ਗੁਰੂ ਸਾਹਿਬ ਦੀ ਹੈ। ਇਸ ਗੱਲ ਵਿੱਚ ਜਦੋਂ ਜੱਸਾ ਸਿੰਘ ਅੱਲੂਵਾਲੀਆ ਨੇ ਵੀ ਹਾਮੀ ਭਰ ਦਿੱਤੀ ਤਾਂ ਸਾਰੇ ਸਹਿਮਤ ਹੋ ਗਏ। ਇਸ ਤੋਂ ਬਾਅਦ ਉਹਨਾਂ ਖਾਲਸੇ ਦੀ ਆਨ ਬਾਨ ਤੇ ਸ਼ਾਨ ਸ਼੍ਰੀ ਨਿਸ਼ਾਨ ਸਾਹਿਬ ਨੂੰ ਲਾਲ ਕਿਲੇ ਤੇ ਚੁਲਾ ਦਿੱਤਾ। ਹੁਣ ਵਾਰੀ ਸੀ ਬਾਦਸ਼ਾਹ ਦੇ ਤਖਤ ਦੀ। ਸਿੱਖ ਚਾਹੁੰਦੇ ਸਨ ਕਿ ਕੁਝ ਇਹੋ ਜਿਹਾ ਕੀਤਾ ਜਾਵੇ ਕਿ ਰਹਿੰਦੀ ਦੁਨੀਆ ਤੱਕ ਯਾਦ ਰਵੇ ਕਿ ਸਿੱਖਾਂ ਨੇ ਵੀ ਕਦੀ ਦਿੱਲੀ ਦੇ ਲਾਲ ਕਿਲੇ ਤੇ ਧੱਕ ਪਾਈ ਸੀ। ਇਸ ਲਈ ਫਿਰ ਜਿਹੜੇ ਤਖਤ ਤੇ ਬਹਿ ਕੇ ਕਦੀ ਔਰੰਗਜ਼ੇਬ ਫਤਵੇ ਦਿਆ ਕਰਦਾ ਸੀ, ਜਿਹੜੇ ਤਖਤ ਤੇ ਬਹਿ ਕੇ ਫਰਖਸ਼ੀਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਵਾਇਆ ਸੀ, ਸਿੱਖਾਂ ਨੇ ਉਸ ਤਖਤ ਦੀ ਇੱਕ ਵੱਡੀ ਸਿੱਲ ਪੁੱਟ ਕੇ ਘੋੜਿਆਂ ਦੇ ਮਗਰ ਪਾ ਦਿੱਤੀ। ਉਹ ਇਤਿਹਾਸਿਕ ਸਿੱਲ 4 ਵੱਡੀਆਂ ਤੋਪਾਂ ਤੇ ਕੁਝ ਹੋਰ ਕੀਮਤੀ ਸਮਾਨ ਗੱਡਿਆਂ ਤੇ ਲੱਦ ਕੇ ਸਰਦਾਰ ਜੱਸਾ ਸਿੰਘ ਰਾਮਗੜੀਆ ਅੰਮ੍ਰਿਤਸਰ ਸਾਹਿਬ ਲੈ ਆਏ। ਅੱਜ ਵੀ ਉਹ ਸਿੱਲ ਇੱਥੇ ਰਾਮਗੜੀਆ ਬੁੰਗੇ 'ਚ ਪਈ ਸਿੱਖਾਂ ਦੀ ਦਿੱਲੀ ਫਤਿਹ ਦੀ ਗਵਾਹੀ ਭਰਦੀ ਹੈ। ਇਸ ਦੇ ਕੁਝ ਸਮੇਂ ਬਾਅਦ ਸਰਦਾਰ ਜੱਸਾ ਸਿੰਘ ਅੱਲੂਵਾਲੀਆ ਵੀ ਆਪਣੀ ਪਲਟਨ ਲੈ ਕੇ ਦਿੱਲੀ ਤੋਂ ਰਵਾਨਾ ਹੋ ਗਏ। ਸ਼ਾਹ ਆਲਮ ਇੱਕ ਗੁਪਤ ਜਗ੍ਹਾ ਤੇ ਆਪਣੇ ਮੰਤਰੀਆਂ ਨਾਲ ਇਕੱਠਾ ਹੋ ਕੇ ਕਿਲੇ ਨੂੰ ਵਾਪਸ ਲੈਣ ਲਈ ਸਲਾਹ ਕਰ ਰਿਹਾ ਹੈ। ਤਦ ਇੱਕ ਸਿਆਣੇ ਨੇ ਸਲਾਹ ਦਿੱਤੀ ਕਿ ਲੜਕੇ ਜਾਂ ਧੱਕੇਸ਼ਾਹੀ ਨਾਲ ਤਾਂ ਆਪਾਂ ਸਿੱਖਾਂ ਤੋਂ ਨਹੀਂ ਜਿੱਤ ਸਕਦੇ। ਹਾਂ, ਸ਼ਾਂਤੀ ਤੇ ਰਾਜੀਨਾਮੇ ਨਾਲ ਜ਼ਰੂਰ ਕੋਈ ਰਾਹ ਕੱਢਿਆ ਜਾ ਸਕਦਾ ਹੈ, ਪਰ ਰਾਜੀਨਾਮਾ ਕਰਾਉਣ ਲਈ ਹਮੇਸ਼ਾ ਇੱਕ ਵਿਚੋਲੀਏ ਦੀ ਲੋੜ ਹੁੰਦੀ ਹੈ ਤੇ ਇਹ ਵਿਚੋਲੀਆ ਚੁਣਿਆ ਗਿਆ ਬੇਗਮ ਸਮਰੂ ਨੂੰ, ਜੋ ਕਿ ਸਰਦਾਰ ਬਘੇਲ ਸਿੰਘ ਜੀ ਦੀ ਧਰਮ ਭੈਣ ਬਣੀ ਹੋਈ ਸੀ। ਇਹ ਬੇਗਮ ਸਮਰੂ ਕੌਣ ਸੀ, ਆਓ ਜਾਣਦੇ ਹਾਂ। ਇਹਨਾਂ ਦਾ ਪਹਿਲਾ ਨਾਮ ਫਰਜ਼ਾਨਾ ਬੇਗਮ ਸੀ। ਇਹਨਾਂ ਵਿਆਹ ਇੱਕ ਅੰਗਰੇਜ਼ ਅਫਸਰ ਵਾਲਟਨ ਸਮਰੂ ਨਾਲ ਕਰਵਾਇਆ ਸੀ, ਜੋ ਕਿ ਸਰਦਾਨਾ ਰਿਆਸਤ ਦੇ ਰਾਜੇ ਦਾ ਅਹਿਲਕਾਰ ਸੀ ਤੇ ਰਾਜੇ ਦੀ ਮੌਤ ਤੋਂ ਬਾਅਦ ਉਹ ਰਿਆਸਤ ਦਾ ਮਾਲਕ ਬਣ ਗਿਆ ਸੀ। ਆਪਣੇ ਪਤੀ ਦੇ ਨਾਮ ਤੇ ਹੀ ਉਸਨੇ ਆਪਣਾ ਨਾਮ ਚੇਂਜ ਕਰਕੇ ਬੇਗਮ ਸਮਰੂ ਕਰ ਲਿਆ ਸੀ। ਸਿੱਖ ਰਾਜ ਦੇ ਸਮੇਂ ਇੱਕ ਦਿਨ ਇਹ ਆਪਣੇ ਪੇਕਿਆਂ ਨੂੰ ਮਿਲਣ ਪਾਲਕੀ 'ਚ ਬੈਠ ਕੇ ਦਿੱਲੀ ਆ ਰਹੀ ਸੀ, ਜਿਸ ਨੂੰ ਮੁਸਲਿਮ ਭੇਸ ਵਾਲੇ ਨੌਕਰਾਂ ਨੇ ਚੁੱਕਿਆ ਹੋਇਆ ਸੀ। ਤਦ ਕੁਝ ਸਿੰਘਾਂ ਦੀ ਨਜ਼ਰ ਇਹਨਾਂ ਤੇ ਪਈ। ਉਸ ਸਮੇਂ ਹਿੰਦੂ ਡੋਲੀਆਂ ਨੂੰ ਇਸੇ ਤਰ੍ਹਾਂ ਪਾਲਕੀ 'ਚ ਹੀ ਲਿਜਾਇਆ ਜਾਂਦਾ ਸੀ ਤੇ ਸਿੱਖਾਂ ਨੇ ਸੋਚਿਆ ਕਿ ਕਿਤੇ ਮੁਗਲ ਪਠਾਨ ਕਿਸੇ ਹਿੰਦੂ ਬੀਬੀ ਦੀ ਡੋਲੀ ਅਗਵਾ ਕਰਕੇ ਲਿਜਾ ਰਹੇ ਹਨ। ਜਦ ਸਿੱਖਾਂ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਨੌਕਰ ਡੋਲੀ ਛੱਡ ਕੇ ਭੱਜ ਗਏ। ਇਹ ਖਬਰ ਜਦੋਂ ਸਰਦਾਰ ਬਘੇਲ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ ਹੁਕਮ ਕੀਤਾ ਕਿ ਨੌਕਰਾਂ ਨੂੰ ਲੱਭ ਕੇ ਲਿਆਇਆ ਜਾਵੇ ਤੇ 5 ਸਿੱਖ ਘੋੜਸਵਾਰ ਨਾਲ ਜਾਣ ਤੇ ਇਸ ਬੀਬੀ ਨੂੰ ਸੁਰੱਖਿਅਤ ਉਹਦੀ ਮੰਜ਼ਿਲ ਤੱਕ ਪਹੁੰਚਾ ਕੇ ਆਉਣ। ਕਿਉਂਕਿ ਬੇਗਮ ਸਮਰੂ ਨੇ ਸ਼ੁਰੂ ਤੋਂ ਹੀ ਮੁਗਲ ਰਾਜ ਵਿੱਚ ਬੀਬੀਆਂ ਨਾਲ ਹੁੰਦੀ ਧੱਕੇਜੋਰੀ ਹੀ ਦੇਖੀ ਸੀ, ਇਸ ਲਈ ਉਹ ਸਿੱਖਾਂ ਦੇ ਇਸ ਉੱਚੇ ਕਿਰਦਾਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਉਸਨੇ ਕਿਹਾ ਕਿ ਮੈਂ ਤੁਹਾਡੇ ਸਰਦਾਰ ਨੂੰ ਮਿਲਣਾ ਚਾਹੁੰਦੀ ਹਾਂ। ਤਦੋਂ 10,000 ਰੁਪਏ ਤੇ 10 ਘੋੜੇ ਲੈ ਕੇ ਦਿੱਲੀ ਦਰਬਾਰ ਵਿੱਚ ਗਈ ਤੇ ਭੇਟਾ ਕਰਕੇ ਸਰਦਾਰ ਬਘੇਲ ਸਿੰਘ ਜੀ ਦੀ ਧਰਮ ਭੈਣ ਬਣ ਗਈ। ਬੇਗਮ ਸਮਰੂ ਇੱਕ ਲਾਇਕ ਤੇ ਰੋਸ਼ਨ ਦਿਮਾਗ ਵਾਲੀ ਔਰਤ ਸੀ। ਉਸਨੇ ਵੋਲਟਨ ਨਾਲ ਰਹਿੰਦਿਆਂ ਅੰਗਰੇਜ਼ੀ, ਫ੍ਰੈਂਚ, ਘੋੜਸਵਾਰੀ, ਰਾਜ ਪ੍ਰਬੰਧ ਸਭ ਕੁਝ ਸਿੱਖ ਲਿਆ ਸੀ
ਤੇ ਕੁਝ ਸਾਲਾਂ ਬਾਅਦ ਜਦੋਂ ਵੋਲਟਨ ਦੀ ਮੌਤ ਹੋ ਗਈ ਤਾਂ ਰਾਜ ਪ੍ਰਬੰਧ ਦੀ ਬਾਗਡੋਰ ਉਸ ਦੇ ਹੱਥ ਵਿੱਚ ਆ ਗਈ। ਸਮਰੂ ਬਹੁਤ ਦੂਰ ਦੀ ਸੋਚਦੀ ਸੀ। ਉਸਨੇ ਅੰਦਾਜ਼ਾ ਲਾ ਲਿਆ ਸੀ ਕਿ ਅੰਗਰੇਜ਼ਾਂ ਦਾ ਪ੍ਰਭਾਵ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਗੇ ਚੱਲ ਕੇ ਉਸ ਨੂੰ ਵੀ ਜ਼ਰੂਰ ਤੰਗ ਕਰਨਗੇ। ਇਸ ਲਈ ਫਿਰ ਉਸਨੇ ਮੁਸਲਿਮ ਤੋਂ ਈਸਾਈ ਮਤ ਧਾਰਨ ਕਰ ਲਿਆ ਤੇ ਅੰਗਰੇਜ਼ਾਂ ਨਾਲ ਹਮੇਸ਼ਾ ਹੀ ਨਰਮ ਰੁਖ ਅਪਣਾ ਕੇ ਰੱਖਿਆ। ਉਸਨੇ ਅੰਗਰੇਜ਼ਾਂ ਦੇ ਕਹਿਣ ਤੇ ਕਈ ਚਰਚਾਂ ਦੀ ਉਸਾਰੀ ਵੀ ਕਰਵਾਈ। ਇਸੇ ਨੀਤੀ ਦੇ ਚੱਲਦਿਆਂ ਅੰਗਰੇਜ਼ਾਂ ਨੇ ਕਦੇ ਵੀ ਉਸ ਨੂੰ ਤੰਗ ਨਹੀਂ ਕੀਤਾ ਤੇ ਆਪਣੇ ਮਰਨ ਤੱਕ ਉਸਨੇ ਆਪਣੀ ਰਿਆਸਤ ਤੇ ਰਾਜ ਕੀਤਾ। ਸਰਦਾਰ ਬਘੇਲ ਸਿੰਘ ਜੀ ਦੀ ਧਰਮ ਭੈਣ ਹੋਣ ਕਰਕੇ ਸ਼ਾਹ ਆਲਮ ਨੂੰ ਬਸ ਬੇਗਮ ਸਮਰੂ ਤੋਂ ਹੀ ਅੰਤਿਮ ਉਮੀਦ ਸੀ। ਬੇਗਮ ਸਮਰੂ ਰਾਜੀਨਾਮਾ ਕਰਾਉਣ ਲਈ ਸਰਦਾਰ ਬਘੇਲ ਸਿੰਘ ਜੀ ਕੋਲ ਗਈ ਤੇ ਕੁਝ ਘੰਟਿਆਂ ਦੀ ਮੀਟਿੰਗ ਤੋਂ ਬਾਅਦ ਆਪਣੀਆਂ ਕੁਝ ਸ਼ਰਤਾਂ ਮਨਵਾ ਕੇ ਸਿੱਖ ਦਿੱਲੀ ਵਾਪਸ ਸ਼ਾਹ ਆਲਮ ਨੂੰ ਸੌਂਪਣ ਲਈ ਤਿਆਰ ਹੋ ਗਏ। ਇਹਨਾਂ 'ਚੋਂ ਪਹਿਲੀ ਸ਼ਰਤ ਸੀ ਕਿ ਸਿੱਖਾਂ ਦੇ ਇਤਿਹਾਸਿਕ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਗੁਰੂ ਧਾਮਾਂ ਦੀ ਉਸਾਰੀ ਕਰਵਾਈ ਜਾਊਗੀ। ਰਾਜ ਨੂੰ ਚੁੰਗੀ ਤੇ ਟੈਕਸ ਤੋਂ ਜਿੰਨੀ ਵੀ ਆਮਦਨ ਹੋਊਗੀ ਉਹਦਾ 37% ਯਾਨੀ ਕਿ ਰੁਪਈਏ 'ਚੋਂ 6 ਆਨੇ ਸਿੱਖਾਂ ਨੂੰ ਦਿੱਤਾ ਜਾਊਗਾ। ਤੇ ਜਿੰਨਾ ਚਿਰ ਗੁਰੂ ਧਾਮਾਂ ਦੀ ਉਸਾਰੀ ਦਾ ਕੰਮ ਪੂਰਾ ਨਹੀਂ ਹੋ ਜਾਂਦਾ 4000 ਸਿੱਖ ਦਿੱਲੀ ਵਿੱਚ ਹੀ ਰਹਿਣਗੇ। ਇਸ ਤੋਂ ਇਲਾਵਾ ਸਿੱਖਾਂ ਨੂੰ ਫਜ਼ੂਲ ਦਿੱਲੀ ਆਉਣ ਦੀ ਖੇਚਲ ਪਾਉਣ ਲਈ ਸ਼ਾਹ ਆਲਮ ਨੂੰ 3 ਲੱਖ ਰੁਪਏ ਜੁਰਮਾਨਾ ਵੀ ਭਰਨਾ ਪਊਗਾ। ਕੁਝ ਇਤਿਹਾਸਕਾਰ ਇਸ ਫੈਸਲੇ ਨੂੰ ਸਿੱਖਾਂ ਦੀ ਬਹੁਤ ਵੱਡੀ ਭੁੱਲ ਦੱਸਦੇ ਹਨ, ਪਰ ਅਸਲ ਵਿੱਚ ਇੱਕ ਸਮਝਦਾਰੀ ਭਰਾ ਫੈਸਲਾ ਸੀ। ਦਿੱਲੀ ਦੇ ਰਾਜ ਦਾ ਮਤਲਬ ਸੀ ਕਿ ਪੂਰੇ ਭਾਰਤ ਨੂੰ ਕੰਟਰੋਲ ਕਰਨਾ, ਜਿਸ ਦੇ ਲਈ ਲੱਖਾਂ ਦੀ ਤਾਦਾਦ ਵਿੱਚ ਫੌਜ, ਜਰਨੈਲ ਤੇ ਨੀਤੀਵਾਨ ਲੋਕ ਚਾਹੀਦੇ ਸਨ। ਘੱਲੂਘਾਰਿਆਂ ਤੇ ਜੰਗਾਂ ਤੋਂ ਬਾਅਦ ਇੰਨੀ ਤਾਂ ਸਿੱਖਾਂ ਦੀ ਟੋਟਲ ਪੋਪੂਲੇਸ਼ਨ ਵੀ ਨਹੀਂ ਬਚੀ ਸੀ। ਇਸ ਲਈ ਫਿਰ ਸਿੱਖਾਂ ਨੂੰ ਇਹ ਸਮਝੌਤਾ ਕਰਨਾ ਪਿਆ ਤੇ ਹੁਣ ਸ਼ੁਰੂ ਹੋਇਆ ਗੁਰੂ ਘਰਾਂ ਦੀ ਉਸਾਰੀਆਂ ਲਈ ਸਹੀ ਥਾਵਾਂ ਦੀ ਨਿਸ਼ਾਨਦੇਹੀ ਦਾ ਕੰਮ। ਪਰ ਇਹ ਕੰਮ ਵੀ ਇੰਨਾ ਸੌਖਾ ਨਹੀਂ ਸੀ। ਇਸ ਦੇ ਲਈ ਪੂਰੀ ਦਿੱਲੀ ਵਿੱਚ ਐਲਾਨ ਕਰਵਾਇਆ ਗਿਆ ਕਿ ਸਹੀ ਥਾਵਾਂ ਦੱਸਣ ਵਾਲਿਆਂ ਨੂੰ ਭਾਰੀ ਇਨਾਮ ਦਿੱਤੇ ਜਾਣਗੇ। ਅੰਧਾ ਮੁਗਲ ਦੀ ਧਰਤੀ ਤੇ ਇੱਕ 125 ਸਾਲ ਦੀ ਬਜ਼ੁਰਗ ਔਰਤ ਸੀ। ਉਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਵਾਲੇ ਸਥਾਨ ਦਾ ਪਤਾ ਸੀ। ਉਹ ਬਚਪਨ ਤੋਂ ਹੀ ਇਸ ਨੂੰ ਦੇਖਦੀ ਆ ਰਹੀ ਸੀ। ਪਹਿਲਾਂ ਉਸ ਦਾ ਦਾਦਾ ਉੱਥੇ ਜੋਤ ਜਗਾਉਂਦਾ ਸੀ, ਫਿਰ ਉਸ ਦੀ ਮਾਂ ਤੇ ਫਿਰ ਉਸਨੇ ਆਪ ਪੂਰੀ ਜ਼ਿੰਦਗੀ ਉੱਥੇ ਜੋਤ ਜਗਾਈ ਸੀ। ਉਸ ਬਜ਼ੁਰਗ ਬੀਬੀ ਨੂੰ ਮੰਜੇ ਤੇ ਬਿਠਾ ਕੇ ਲਿਆਂਦਾ ਗਿਆ ਤੇ ਉਸ ਦੀ ਨਿਸ਼ਾਨਦੇਹੀ ਤੇ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਉਸਾਰਿਆ ਗਿਆ। ਬਾਕੀ ਗੁਰੂ ਧਾਮਾਂ ਦੀ ਜਗ੍ਹਾ ਲੱਭਣ ਵਿੱਚ ਕੋਈ ਖਾਸੀ ਦਿੱਕਤ ਨਹੀਂ ਆਈ, ਕਿਉਂਕਿ ਬੰਗਲਾ ਸਾਹਿਬ ਦੀ ਜਗ੍ਹਾ ਤੇ ਤਾਂ ਰਾਜਾ ਮਿਰਜ਼ਾ ਜੈ ਸਿੰਘ ਦਾ ਬੰਗਲਾ ਪਹਿਲਾਂ ਹੀ ਮੌਜੂਦ ਸੀ। ਗੁਰੂ ਨਾਨਕ ਸਾਹਿਬ ਦੇ ਪਿਆਊ ਵਾਲੀ ਥਾਂ ਤੇ ਉਹ ਪੁਰਾਣਾ ਖੂਹ ਤੇ ਮਜਰੂ ਟੀਲਾ ਪਹਿਲਾਂ ਹੀ ਨਿਸ਼ਾਨਦੇਹੀ ਲਈ ਮੌਜੂਦ ਸਨ। ਪਰ ਸਭ ਤੋਂ ਵੱਧ ਮੁਸ਼ਕਲ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦੀ ਜਗ੍ਹਾ ਲੱਭਣ ਤੇ ਆਈ, ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਨੇ ਆਪਣੀ ਹਵੇਲੀ ਨੂੰ ਲਾਂਬੂ ਲਾ ਕੇ 9ਵੇਂ ਪਾਤਸ਼ਾਹ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਸੀ। ਇਹ ਆਵਾਜ਼ ਜਦੋਂ ਇੱਕ ਬੁੱਢੇ ਫਕੀਰ ਦੇ ਕੰਨਾਂ ਵਿੱਚ ਪਈ ਤਾਂ ਉਹ ਆ ਕੇ ਸਰਦਾਰ ਬਘੇਲ ਸਿੰਘ ਜੀ ਨੂੰ ਮਿਲਿਆ ਤੇ ਕਹਿਣ ਲੱਗਾ ਕਿ ਮੈਨੂੰ ਪਤਾ ਹੈ ਕਿ ਉਹ ਕਿਹੜੀ ਜਗ੍ਹਾ ਹੈ, ਪਰ ਉਹ ਤੁਹਾਨੂੰ ਨਹੀਂ ਮਿਲ ਸਕਦੀ ਕਿਉਂਕਿ ਉੱਥੇ ਹੁਣ ਇੱਕ ਮਸਜਿਦ ਬਣ ਚੁੱਕੀ ਹੈ। ਸਰਦਾਰ ਬਘੇਲ ਸਿੰਘ ਜੀ ਨੇ ਕਿਹਾ ਕਿ ਤੁਹਾਡੀ ਗੱਲ ਤੇ ਕਿਵੇਂ ਯਕੀਨ ਕਰ ਲਈਏ। ਫਕੀਰ ਨੇ ਕਿਹਾ ਕਿ ਜਦੋਂ ਤੁਸੀਂ ਉਸ ਮਸਜਿਦ ਦਾ ਫਰਸ਼ ਪੁੱਟੋਗੇ ਤਾਂ ਥੱਲਿਓਂ ਉਹ ਗਾਗਰ ਜ਼ਰੂਰ ਨਿਕਲੂਗੀ, ਜਿਹਦੇ 'ਚ ਗੁਰੂ ਸਾਹਿਬ ਦੇ ਫੁੱਲ ਤੇ ਅਸਥੀਆਂ ਪਾ ਕੇ ਲੱਕੀ ਸ਼ਾਹ ਵਣਜਾਰਾ ਜੀ ਨੇ ਧਰਤੀ ਵਿੱਚ ਦੱਬ ਦਿੱਤੇ ਸਨ। ਹੁਣ ਮਸਜਿਦ ਢਾਉਣ ਦਾ ਸਵਾਲ ਸੀ। ਸ਼ਾਹ ਆਲਮ ਨਾਲ ਗੱਲ ਕੀਤੀ ਗਈ ਵੀ ਜੇ ਤਾਂ ਇੱਥੇ ਫਰਸ਼ ਪੁੱਟਣ ਤੇ ਗਾਗਰ ਨਿਕਲੀ ਫਿਰ ਤਾਂ ਇੱਥੇ ਅਸੀਂ ਗੁਰਦੁਆਰਾ ਸਾਹਿਬ ਬਣਾਵਾਂਗੇ, ਤੇ ਜੇ ਇੱਥੇ ਕੁਝ ਵੀ ਨਾ ਨਿਕਲਿਆ ਤਾਂ ਸਿੰਘ ਇੱਥੇ ਪਹਿਲਾਂ ਨਾਲੋਂ ਵੀ ਵੱਡੀ ਤੇ ਆਲੀਸ਼ਾਨ ਮਸਜਿਦ ਬਣਾ ਦੇਣਗੇ। ਫਰਸ਼ ਪੁੱਟਿਆ ਗਿਆ, ਗਾਗਰ ਉੱਥੇ ਹੀ ਸੀ। ਇਸ ਲਈ ਫਿਰ ਉਸ ਥਾਂ ਤੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦੀ ਉਸਾਰੀ ਕਰਵਾਈ ਗਈ। ਸੋ ਇਹ ਸੀ ਸਿੱਖਾਂ ਦੀ ਮਾਨਯੋਗ ਦਿੱਲੀ ਫਤਿਹ ਤੇ ਗੁਰੂ ਘਰਾਂ ਦੀ ਉਸਾਰੀ ਦਾ ਇਤਿਹਾਸ। ਜੇ ਤੁਸੀਂ ਸੱਚਮੁੱਚ ਆਪਣੇ ਧਰਮ ਨਾਲ ਪਿਆਰ ਕਰਦੇ ਹੋ ਤੇ ਆਪਣੇ ਇਤਿਹਾਸ ਨੂੰ ਸਾਂਭਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਸਰਕਾਰਾਂ ਤਾਂ ਇਹ ਇਤਿਹਾਸ ਕਦੇ ਵੀ ਸਕੂਲ ਦੀਆਂ ਕਿਤਾਬਾਂ ਵਿੱਚ ਐਡ ਨਹੀਂ ਕਰਨਗੀਆਂ। ਇਸ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਤਾਂ ਹੁਣ ਸਾਨੂੰ ਹੀ ਲੈਣੀ ਪਊਗੀ। ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਡੇਲੀ ਦਾ ਸਿੱਖ ਇਤਿਹਾਸ ਜਾਣਨ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ। ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ